बहुत ही सत्कारयोग गुरु रूप गुरु सारे खालसा जीओ। आओ सब तो पहला गुरुदेव पातशाह की बख्शिश पवित्र फतेह बुलंद करिए। सत्कार सहित आखना जी वाहिगुरू जी का खालसा वाहिगुरू जी की फतेह। उत्तर प्रदेश के लखीमपुर दे विच वापरे घिनौने वरतारे तो असी सारे ही भली भांत जानते हैं और ये पिछे जिहड़े मूल कारण ने उन्होंने समझण की बहुत जरूरत है, क्योंकि राजनीति का अपराधीकरण इस वेले राजनीति का एक अहम अंग बन चुका है। जेकर तुसी 1984 के वरतारे दे विच वेखदे हो तो उहदे विच की हुंदा है कि सब तो पहला जून 1984 दे विच सिख कौम के उपर सिख कौम के महान अस्थान श्री दरबार साहब के उपर फौजा चढ़ा के हमला किया जाता है। तीजा घल्लूघारा वरताया जाता है और उहदे विच अनेकां बेगुनाह जिहड़े ने वो शहादत प्राप्त कर जाते हैं। उस तो बाद देश की प्रधानमंत्री का कतल हुंदा है तो उस तो बाद दिल्ली दी सड़कों के उपर जिस तरह के नाल सिखां का शिकार किया जाता है उसनूं सिख नस्लकुशी के नाम के नाल जानिया जाता है। पर एक घट गिणती कौमीयत का एडा वड्डा घाण करन तो बाद कांग्रेस जिहड़ी है वो राज सत्ता के उपर विराजमान हुंदी है। इसका मतलब कि इस अपराधीकरण की नीति का जिहड़ा आधार है वो ये है कि बहु गिणती नूं सत्ता दे विच आउण वास्ते घट गिणती है उन्हां दा जिहड़ा घाण है वो किते ना किते रास आउंदा है। उहदे विच किते ना किते मैं सोचदा दोषी असी भी हाँ कि सानूं कलगीधर पातशाह गुरु गोबिंद सिंह महाराज खास करके जिहड़े उन्हां दे 52 बचन सानूं वख-वख स्रोतां दे विच लिखे मिलते हैं ਜਾਂ ਸਿੱਖਾਂ ਨੂੰ ਸੰਬੋਧਿਤ ਹੁੰਦਿਆਂ ਉਹਨਾਂ ਨੇ ਜੋ ਕਹਿ ਸਕਦੇ ਹੋ ਕਿ ਆਪਣਾ ਉਪਦੇਸ਼ ਦਿੱਤਾ, ਉਹਦੇ ਵਿੱਚ ਗੁਰੂ ਪਾਤਸ਼ਾਹ ਨੇ ਬੜਾ ਸਪਸ਼ਟ ਕਿਹਾ ਹੈ ਰਾਜਨੀਤੀ ਵੀ ਪੜ੍ਹਨੀ। ਜਦੋਂ ਸ਼ਬਦ ਵੀ ਲੱਗ ਜਾਏ ਇਹਦਾ ਮਤਲਬ ਕੰਪਲਸਰੀ ਹੈ, ਜ਼ਰੂਰੀ ਹੈ। ਮੈਂ ਪਹਿਲਾਂ ਵੀ ਆਪਣੇ ਕਾਫੀ ਵਿਖਿਆਨਾਂ 'ਚ ਕਹਿਣਾ ਹੁੰਦਾ ਕਿ ਬੇਸ਼ੱਕ ਤੁਸੀਂ ਰਾਜ ਸੱਤਾ ਦੇ ਉੱਪਰ ਵਿਰਾਜਮਾਨ ਨਹੀਂ ਹੈਗੇ ਪਰ ਰਾਜਨੀਤੀ ਜਿਹੜੀ ਪੜ੍ਹਨੀ ਹੈ ਉਹ ਬਹੁਤ ਜ਼ਰੂਰੀ ਹੈ। ਤੁਹਾਨੂੰ ਰਾਜਨੀਤੀ ਦਾ ਗਿਆਨ ਜ਼ਰੂਰ ਹੋਵੇ, ਕਿਉਂਕਿ ਕੋਈ ਸਮਾਂ ਉਹ ਸੀ ਜਦੋਂ ਰਾਜ ਸੱਤਾ ਦੇ ਉੱਪਰ ਕਾਬਜ ਪਰਿਵਾਰਾਂ ਦੇ ਬੱਚੇ ਹੀ ਰਾਜਨੀਤੀ ਨੂੰ ਪੜ੍ਹਦੇ ਸੀ। ਤੁਸੀਂ ਵਿਦੁਰ ਨੀਤੀ ਨੂੰ ਪੜ੍ਹ ਕੇ ਵੇਖ ਲਓ, ਚਾਣਕਿਆ ਸ਼ਾਸਤਰ, ਚਾਣਕਿਆ ਨੀਤੀ, ਜਿੰਨੇ ਮਰਜ਼ੀ ਤੁਸੀਂ ਨੀਤੀ ਸ਼ਾਸਤਰ ਪੜ੍ਹੋਗੇ ਨਾ ਉਹਦੇ ਆਰੰਭ ਦੇ ਵਿੱਚ ਰਾਜੇ ਦੀ ਜਾਂ ਇਸ਼ਟ ਦੀ ਜਿਹੜੀ ਉਸਤਤ ਹੈ ਉਹੀ ਗੱਲ ਆਵੇਗੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹ ਨੀਤੀ ਪੜ੍ਹਾਈ ਹੀ ਰਾਜਪੁੱਤਰਾਂ ਨੂੰ ਜਾਂਦੀ ਸੀ। ਤੇ ਸੱਚ ਜਾਣਿਓ ਸਾਨੂੰ ਜਿਹੜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਜਿਸ ਦੇ ਬਾਰੇ ਪੰਥ ਪ੍ਰਕਾਸ਼ ਦੇ ਵਿੱਚ ਬੜੀ ਅਹਿਮ ਗਵਾਹੀ ਮਿਲਦੀ ਹੈ ਕਿ ਜੱਟ ਨਾਈ ਝਿਊਰ ਔਰ ਜਾਤ ਸਨਾਤ ਜੇ ਸਭ ਜਾਣੈ ਰਾਜਨੀਤੀ ਕੀ ਬਾਤ, ਕਿ ਗੁਰਦੇਵ ਪਾਤਸ਼ਾਹ ਨੇ ਸਾਰਿਆਂ ਦੀ ਝੋਲੀ ਦੇ ਵਿੱਚ ਇਹ ਦਾਤ ਪਾ ਦਿੱਤੀ ਕਿ ਹਰ ਇੱਕ ਨੂੰ ਰਾਜਨੀਤੀ ਦਾ ਪਤਾ ਹੋਵੇ। ਕੇਵਲ ਰਾਜ ਸੱਤਾ ਦੇ ਉੱਪਰ ਅਧਿਕਾਰੀ ਰਾਜਪੁੱਤਰ ਹੀ ਇਸ ਰਾਜਨੀਤੀ ਨੂੰ ਪੜ੍ਹਨ ਦੇ ਕਾਬਲ ਜਾਂ ਸਮਝਣ ਦੇ ਕਾਬਲ ਨਹੀਂ ਹੈਗੇ, ਬਲਕਿ ਕੋਈ ਵੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਣ ਵਾਲਾ ਸਿੱਖ ਜਿਹੜਾ ਹੈ ਉਹ ਰਾਜਨੀਤੀ ਨੂੰ ਪੜ੍ਹੇ, ਰਾਜ ਸੱਤਾ ਨੂੰ ਹਾਸਲ ਕਰੇ। ਔਰ ਜਦੋਂ ਰਾਜਨੀਤੀ ਧਰਮੀ ਲੋਕਾਂ ਦੇ ਵਿਰਾਸਤ ਦੇ ਵਿੱਚ ਆਉਂਦੀ ਹੈ ਤੇ ਜਦੋਂ ਫਿਰ ਧਰਮੀ ਲੋਕ ਰਾਜਨੀਤੀ ਨੂੰ ਸਮਝਣ ਤੋਂ ਬਾਅਦ ਰਾਜ ਸੱਤਾ ਦੇ ਉੱਪਰ ਕਾਬਜ਼ ਹੁੰਦੇ ਨੇ ਤੇ ਫਿਰ ਸੱਚ ਜਾਣਿਓ ਕਤਲੇਆਮ ਨਹੀਂ ਹੁੰਦੇ ਘੱਟ ਗਿਣਤੀ ਕੌਮੀਅਤਾਂ ਦੇ, ਫਿਰ ਨਸਲ ਘਾਤ ਨਹੀਂ ਹੁੰਦੇ, ਫਿਰ ਕਿਸੇ ਦੇ ਹੱਕਾਂ ਦੇ ਉੱਪਰ ਡਾਕੇ ਨਹੀਂ ਵੱਜਦੇ। ਤੁਸੀਂ ਪੜ੍ਹ ਕੇ ਵੇਖੋ ਕਿਤੇ ਅਖਬਾਰ ਅਤੇ ਦਰਬਾਰੇ ਮੌਲਾ ਦੇ ਵਿੱਚ ਜਿਹੜਾ ਭਗਵਤੀ ਦਾਸ ਹਰਕਾਰਾ ਜਿਹੜਾ ਉਸ ਸਮੇਂ ਫਰਕਸੀਅਰ ਬਾਦਸ਼ਾਹ ਨੂੰ ਖਬਰਾਂ ਭੇਜਦਾ ਤੇ ਕਲਾਨੌਰ ਦੇ ਕੋਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਦੇ ਬਾਰੇ ਉਹ ਜਦੋਂ ਦਿੱਲੀ ਦਰਬਾਰ ਨੂੰ ਰਿਪੋਰਟ ਭੇਜਦਾ ਤੇ ਉਹਦੇ ਵਿੱਚ ਬੜਾ ਸਪਸ਼ਟ ਲਿਖਦਾ ਹੈ, ਕਹਿੰਦਾ ਹੈ ਕਿ ਹੈਰਾਨਗੀ ਦੀ ਗੱਲ ਹੈ ਕਿ ਮੁਸਲਮਾਨ ਲੋਕ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਉਹਨਾਂ ਨੂੰ ਬਕਾਇਦਾ ਜਿੱਥੇ ਉਜ਼ਰ ਤਨਖਾਹ ਮਿਲਦੀ ਹੈ ਉਹਦੇ ਨਾਲ ਨਾਲ ਹੀ ਉਹਨਾਂ ਨੂੰ ਉਹਨਾਂ ਦੀਆਂ ਧਾਰਮਿਕ ਰਸਮਾਂ ਕਰਨ ਦੀ, ਨਮਾਜ਼ ਪੜ੍ਹਨ ਦੀ ਸਾਰੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਗਈ ਹੈ। ਇਹਦਾ ਮਤਲਬ ਕੀ ਹੈ, ਰਾਜ ਸੱਤਾ ਦੇ ਉੱਪਰ ਜੇ ਬਾਬਾ ਬੰਦਾ ਸਿੰਘ ਬਹਾਦਰ ਕਾਬਜ਼ ਹੁੰਦਾ ਹੈ ਤੇ ਉਹਦੀ ਜਿਹੜੀ ਕਹਿ ਸਕਦੇ ਹੋ ਕਿ ਉਸ ਧਰਮੀ ਰਾਜਨੀਤੀ ਦੇ ਵਿੱਚੋਂ ਲੋਕਾਂ ਦੇ ਵਾਸਤੇ ਬਰਾਬਰਤਾ ਦਾ ਮਾਹੌਲ ਕਿਵੇਂ ਸਿਰਜਿਆ ਜਾਂਦਾ, ਉਸ ਦਾ ਇਨਸਾਫ ਕਿਸ ਤਰ੍ਹਾਂ ਦਾ ਹੈ। ਤੁਸੀਂ ਕਿਤੇ ਪੜ੍ਹ ਕੇ ਵੇਖਿਓ ਪੰਥ ਪ੍ਰਕਾਸ਼ ਦੇ ਵਿੱਚ ਸਰਦਾਰ ਰਤਨ ਸਿੰਘ ਭੰਗੂ ਹੋਣਾ ਨੇ ਇਸ ਗੱਲ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਕਿ ਵੈਸੇ ਹੀ ਇੱਕ ਸ਼ਸਤਰ ਵਿੱਦਿਆ ਦੇ ਅਭਿਆਸ ਦੇ ਦੌਰਾਨ ਸਲੌਦੀ ਵਾਲੇ ਸਰਦਾਰਾਂ ਦੇ
ਇੱਕ ਪੁੱਤਰ ਨੂੰ ਇੱਕ ਸਿੱਖ ਦੇ ਕੋਲੋਂ ਗੋਲੀ ਲੱਗ ਜਾਂਦੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਉਸ ਸਿੱਖ ਨੂੰ ਉਸ ਪਰਿਵਾਰ ਦੇ ਅੱਗੇ ਖੜਾ ਕਰ ਦਿੰਦਾ ਹੈ ਕਿ ਜੇਕਰ ਤੁਸੀਂ ਇਸ ਸਿੱਖ ਨੂੰ ਦੋਸ਼ੀ ਸਮਝਦੇ ਹੋ ਤਾਂ ਤੁਸੀਂ ਗੋਲੀ ਚਲਾ ਕੇ ਆਪਣੇ ਪੁੱਤਰ ਦਾ ਬਦਲਾ ਲੈ ਸਕਦੇ ਹੋ। ਜਦੋਂ ਕਿ ਪਰਿਵਾਰ ਬਾਅਦ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਗੱਲ ਜ਼ਰੂਰ ਕਹਿ ਦਿੰਦਾ ਹੈ ਕਿ ਨਹੀਂ, ਇਹ ਗੋਲੀ ਅਚਨਚੇਤ ਚੱਲੀ ਹੈ, ਇਹਦੇ ਪਿੱਛੇ ਉਹਦਾ ਪ੍ਰਯੋਜਨ ਨਹੀਂ ਸੀ ਕਿ ਮੈਂ ਇਸ ਬੱਚੇ ਨੂੰ ਕਤਲ ਕਰਨਾ ਹੈ, ਇਹ ਤਾਂ ਅਚਨਚੇਤੀ ਸ਼ਸਤਰ ਵਿਦਿਆ ਦੇ ਅਭਿਆਸ ਦੇ ਦੌਰਾਨ ਗੋਲੀ ਲੱਗੀ ਹੈ, ਇਸ ਦਾ ਕੋਈ ਕਸੂਰ ਨਹੀਂ ਹੈ। ਸੋ ਇਹ ਗੱਲ ਸਮਝਣ ਵਾਲੀ ਹੈ ਕਿ ਇਨਸਾਫ ਜਿਹੜਾ ਹੈ ਉਹਦੇ ਮਾਪਦੰਡ ਕਿਵੇਂ ਦੇ ਸੀ। ਪਰ ਹੁਣ ਤਾਂ ਇੱਕ ਖਾਸ ਜਿਹਨੂੰ ਸਮੂਹਿਕ ਚੇਤਨਤਾ ਕਹਿੰਦੇ, ਕਲੈਕਟਿਵ ਕੌਨਸ਼ੀਅਸਨੈਸ ਨੂੰ ਪ੍ਰਸੰਨ ਕਰਨ ਦੇ ਵਾਸਤੇ ਘੱਟ ਗਿਣਤੀ ਕੌਮੀਅਤਾਂ ਦੇ ਕਤਲ ਕਰ ਦਿੱਤੇ ਜਾਂਦੇ ਨੇ। ਉਹੀ ਕੁਝ ਲਖੀਮਪੁਰ ਦੇ ਵਿੱਚ ਹੋਇਆ ਕਿ ਰਾਜਪਾਲ ਦੇ ਵੱਲੋਂ ਇੱਕ ਮੈਂਬਰੀ ਜਿਹੜੀ ਹੈ ਉਹ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ, 2 ਮਹੀਨੇ ਦਾ ਟਾਈਮ ਦੇ ਦਿੱਤਾ ਗਿਆ, 84 ਦਾ ਇਨਸਾਫ ਵੀ ਉਡੀਕ ਰਹੇ ਆ। ਤੇ ਉਸ ਤੋਂ ਬਾਅਦ ਲਖੀਮਪੁਰ ਦੇ ਵਿੱਚ ਇਹ ਜਿਹੜੇ ਸਿੱਖ ਕਿਸਾਨ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਇਸ ਸੰਘਰਸ਼ ਦੇ ਲੇਖੇ ਲਾ ਗਏ ਨੇ। ਹੁਣ ਉਹਨਾਂ ਦੀ ਜਾਂਚ ਰਿਪੋਰਟ ਤੇ ਇਨਸਾਫ ਜਿਹੜਾ ਉਸਨੂੰ ਉਡੀਕਦੇ ਰਵਾਂਗੇ। ਪਰ ਮੈਂ ਤਾਂ ਸੋਚਦਾ ਕਿ ਜਿਸ ਵੇਲੇ ਅਫਜ਼ਲ ਗੁਰੂ ਨੂੰ ਫਾਂਸੀ ਦੇ ਉੱਪਰ ਚੜਾਇਆ ਗਿਆ ਸੀ ਤੇ ਜਿਹੜੀ ਉਸ ਨੂੰ ਫਾਂਸੀ ਚੜਾਉਣ ਤੋਂ ਪਹਿਲਾਂ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਸੀ ਨਾ, ਉਹਨੂੰ ਪੜ੍ਹਨਾ ਬੜਾ ਜ਼ਰੂਰੀ ਹੈ ਕਿ ਬੇਸ਼ੱਕ ਉਸ ਦੇ ਖਿਲਾਫ ਸਾਨੂੰ ਕੋਈ ਸਬੂਤ ਨਹੀਂ ਮਿਲਿਆ, ਪਰ ਇਸ ਦੇਸ਼ ਦੀ ਸਮੂਹਿਕ ਚੇਤਨਤਾ ਨੂੰ ਪ੍ਰਸੰਨ ਕਰਨ ਦੇ ਵਾਸਤੇ ਉਸ ਨੂੰ ਫਾਂਸੀ ਤੇ ਚੜਾਇਆ ਜਾ ਰਿਹਾ, ਓਨਲੀ ਫॉर ਦਾ ਸੈਟੀਸਫੈਕਸ਼ਨ ਆਫ ਕਲੈਕਟਿਵ ਕੌਨਸ਼ੀਅਸਨੈਸ। ਤੇ ਹੁਣ ਵੀ ਜਦੋਂ ਤੁਸੀਂ ਵੇਖਦੇ ਹੋ ਕਿ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਵਿਅਕਤੀ ਕੁਝ ਦਿਨ ਪਹਿਲਾਂ ਉੱਥੇ ਸਬਕ ਸਿਖਾਉਣ ਦੀਆਂ ਧਮਕੀਆਂ ਦੇ ਰਿਹਾ, ਉਹਦੇ ਤੋਂ ਪਹਿਲਾਂ ਉੱਥੋਂ ਦੇ ਲੋਕਲ ਜਿਹੜੇ ਵੀਰ ਨੇ ਉਹ ਦੱਸਦੇ ਨੇ, ਮੀਡੀਆ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਦੀਆਂ ਵੀਡੀਓਜ਼ ਪਈਆਂ ਨੇ ਕਿ ਉਹ ਇਹ ਵੀ ਦੱਸ ਰਹੇ ਨੇ ਕਿ ਇਸ ਨੇ ਇਹ ਵੀ ਕਿਹਾ ਸੀ ਕਿ ਸਿੱਖਾਂ ਨੂੰ 84 ਜਿਹੜਾ ਉਹ ਯਾਦ ਰੱਖਣਾ ਚਾਹੀਦਾ। ਇਹਦਾ ਮਤਲਬ ਕਿ ਬਹੁ ਗਿਣਤੀ ਨੂੰ ਸੱਤਾ ਦੇ ਵਿੱਚ ਆਉਣ ਵਾਸਤੇ ਜੇ ਘੱਟ ਗਿਣਤੀ ਕੌਮੀਅਤ ਦਾ ਘਾਣ ਕਰਨਾ ਪੈਂਦਾ ਤੇ ਉਹਨਾਂ ਵਾਸਤੇ ਮਹਿਜ਼ ਇੱਕ ਸ਼ੁਗਲ ਹੈ, ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈਗਾ। ਔਰ ਇਹ ਜਿਹੜਾ ਅਜੇ ਮਿਸ਼ਰਾ ਹੈ ਕੇਂਦਰੀ ਗ੍ਰਹਿ ਰਾਜ ਮੰਤਰੀ, ਔਰ ਉਹਦੇ ਖਿਲਾਫ ਮੁਕੱਦਮੇ ਕਿੰਨੇ ਨੇ, ਇੱਥੋਂ ਤੱਕ ਕਿ ਜੇ ਕੋਈ ਆਮ ਵਿਅਕਤੀ ਹੋਵੇ ਨਾ ਤੇ ਉਹਦੇ ਉੱਪਰ ਛੋਟਾ ਜਿਹਾ ਕਿਤੇ 751 ਦਾ ਪਰਚਾ ਦਰਜ ਹੋ ਜੇ ਤੇ ਉਹਨੂੰ ਵਿਚਾਰੇ ਨੂੰ ਕੋਈ ਆਪਣਾ ਲਾਇਸੈਂਸ ਰੀਨਿਊ ਕਰਾਉਣ ਦੇ ਵਾਸਤੇ, ਪਾਸਪੋਰਟ ਲੈਣ ਦੇ ਵਾਸਤੇ ਅਦਾਲਤਾਂ ਦੇ ਵਿੱਚ ਚੱਕਰ ਮਾਰਨੇ ਪੈਂਦੇ ਨੇ। ਪਰ ਹੈਰਾਨਗੀ ਦੀ ਗੱਲ ਹੈ ਕਿ ਜਿਸ ਵਿਅਕਤੀ ਦੇ ਉੱਪਰ 5 ਅਗਸਤ 1990 ਨੂੰ ਅਜੇ ਮਿਸ਼ਰਾ ਦੇ ਖਿਲਾਫ 8 ਲੋਕਾਂ ਦੇ ਨਾਲ ਜਿਹੜਾ ਸੀਗਾ ਉਹ ਤਿਕੁੰਨੀਆ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ, ਹਥਿਆਰਾਂ ਦੇ ਨਾਲ ਲੈਸ ਹੋ ਕੇ ਲੋਕਾਂ ਦੇ ਉੱਪਰ ਹਮਲਾ ਕਰਨ ਦਾ ਦੋਸ਼ ਸੀ, ਕੋਈ ਕਾਰਵਾਈ ਨਹੀਂ। ਉਸ ਤੋਂ ਬਾਅਦ 8 ਜੁਲਾਈ 2000 ਨੂੰ ਇਹ ਸਾਰੀਆਂ ਮੀਡੀਆ ਦੇ ਵਿੱਚ ਗੱਲਾਂ ਆ ਚੁੱਕੀਆਂ ਨੇ, ਪ੍ਰਭਾਤ ਗੁਪਤਾ ਦੀ ਹੱਤਿਆ ਦੇ ਵਿੱਚ ਅਜੇ ਮਿਸ਼ਰਾ ਸਮੇਤ 4 ਲੋਕਾਂ ਦਾ ਨਾਮ ਸੀ, ਕੋਈ ਕਾਰਵਾਈ ਨਹੀਂ। 31/2005 ਨੂੰ 31 ਅਗਸਤ ਨੂੰ ਇੱਕ ਪਿੰਡ ਦੇ ਮੁਖੀ ਨੇ ਦੋਸ਼ ਲਾਇਆ ਸੀਗਾ ਕਿ ਅਜੇ ਮਿਸ਼ਰਾ ਸਮੇਤ 4 ਲੋਕਾਂ ਨੇ ਉਹਦੇ ਘਰ 'ਚ ਦਾਖਲ ਹੋ ਕੇ ਕੁੱਟਮਾਰ ਕੀਤੀ ਹੈ ਤੇ ਉਹਦੇ ਖਿਲਾਫ ਕੇਸ ਦਰਜ ਸੀ, ਕੋਈ ਕਾਰਵਾਈ ਨਹੀਂ। 24 ਨਵੰਬਰ 2007 ਦੇ ਬਾਰੇ ਗੱਲ ਆ ਰਹੀ ਹੈ ਕਿ ਇੱਕ ਘਰ ਦੇ ਵਿੱਚ ਦਾਖਲ ਹੋਏ ਤੇ ਉਸ ਘਰ ਦੇ ਵਿੱਚ ਦਾਖਲ ਹੋ ਕੇ ਲੋਕਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਇਹਦੇ ਉੱਪਰ ਉਹ ਵੀ ਕੇਸ ਦਰਜ ਕੀਤਾ ਗਿਆ, ਉਸ ਦੇ ਬਾਰੇ ਵੀ ਕੋਈ ਕਾਰਵਾਈ ਨਹੀਂ। ਸੋ ਹੁਣ ਤੁਸੀਂ ਇਹਨਾਂ ਲੋਕਾਂ ਦੀਆਂ ਕਹਿ ਸਕਦੇ ਹੋ, ਔਰ ਇੱਥੋਂ ਤੱਕ ਕਿ ਕੁਝ ਕੇਸ ਤਾਂ 2005 ਤੇ 2007 ਵਾਲੇ ਜਿਹੜੇ ਮਸਲੇ ਨੇ ਉਹਨਾਂ ਦੇ ਵਿੱਚ ਤਾਂ ਅਜੇ ਮਿਸ਼ਰੇ ਦਾ ਜਿਹੜਾ ਬੇਟਾ ਆਸ਼ੀਸ਼ ਮਿਸ਼ਰਾ, ਜਿਸ ਨੂੰ ਮੋਨੂ ਮਿਸ਼ਰਾ ਦੇ ਨਾਂ ਦੇ ਨਾਲ ਵੀ ਮੀਡੀਆ ਵਿੱਚ ਕਿਹਾ ਜਾ ਰਿਹਾ, ਉਹ ਵੀ ਇਹਨਾਂ ਕੇਸਾਂ ਦੇ ਵਿੱਚ ਬਕਾਇਦਾ ਉਸ ਦਾ ਨਾਮ ਦਰਜ ਹੈ। ਤੇ ਇੰਨੇ ਜਿਹੜੇ ਗੰਭੀਰ ਮਾਮਲਿਆਂ ਦੇ ਵਿੱਚੋਂ ਸਭ ਤੋਂ ਜਿਹੜਾ ਗੰਭੀਰ ਮਾਮਲਾ ਉਹ ਪ੍ਰਭਾਤ ਗੁਪਤਾ ਦੇ ਕਤਲ ਕੇਸ ਦਾ ਹੈ ਤੇ ਉਹਦੇ ਵਿੱਚ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੇਠਲੇ ਜੱਜ ਨੇ ਅਜੇ ਮਿਸ਼ਰਾ ਨੂੰ ਕਤਲ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਤੇ ਜਿਹੜਾ ਜੱਜ ਸੀ ਉਹ ਸੇਵਾ ਮੁਕਤ ਹੋ ਗਿਆ। ਤੇ ਪਰਿਵਾਰ ਨੇ ਇਸ ਜਿਹੜੇ ਕੇਸ ਦੇ ਫੈਸਲੇ ਨੂੰ ਕਿ ਉਹਨੂੰ ਬਰੀ ਕਿਉਂ ਕੀਤਾ ਗਿਆ, ਹਾਈ ਕੋਰਟ ਲਖਨਊ ਦੇ ਵਿੱਚ ਅਪੀਲ ਦਾਇਰ ਕੀਤੀ ਤੇ ਜ਼ਮਾਨਤ ਦੇ ਉੱਪਰ ਉਹ ਬਾਹਰ ਹੈ ਤੇ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਉਹ ਕੇਂਦਰ ਦੇ ਵਿੱਚ ਰਾਜ ਮੰਤਰੀ ਦਾ ਅਹੁਦਾ ਜਿਹੜਾ ਉਹ ਨਿਭਾ ਰਿਹਾ। ਹੁਣ ਕਿਸਾਨਾਂ ਦੇ ਉੱਪਰ ਜੋ ਕੁਝ ਹੋਇਆ ਉਹ ਵੀ ਸਭ ਕੁਝ ਇਸ ਤਰ੍ਹਾਂ ਹੀ ਹੈ। 12 ਮਾਰਚ 2018 ਤੋਂ ਇਸ ਮਸਲੇ ਦੇ ਉੱਪਰ ਹਾਈ ਕੋਰਟ ਨੇ ਆਪਣਾ ਜਿਹੜਾ ਫੈਸਲਾ ਰਾਖਵਾਂ ਰੱਖਿਆ ਹੋਇਆ ਤੇ 3 ਸਾਲਾਂ ਤੋਂ ਫੈਸਲਾ ਰੱਖਣ ਕਰਕੇ ਜਿਹੜਾ ਇੱਕ ਦੋਸ਼ੀ ਵਿਅਕਤੀ ਹੈ ਉਹ ਕੇਂਦਰੀ ਮੰਤਰੀ ਹੈ, ਉਹਦੇ ਬੇਟੇ ਦੇ ਉੱਪਰ ਕੇਸ ਹੈ। ਪਰ ਤੁਸੀਂ ਆਪ ਵੇਖ ਲਓ ਕਿ ਅਪਰਾਧੀਕਰਨ
ਜਿਹੜਾ ਉਹ ਰਾਜਨੀਤੀ ਨੂੰ ਕਿਸ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰ ਰਿਹਾ ਕਿ ਜਿਹੜੇ ਅਪਰਾਧੀ ਲੋਕ ਨੇ ਉਹ ਰਾਜ ਸੱਤਾ ਦਾ ਸੁੱਖ ਮਾਣ ਰਹੇ ਨੇ ਤੇ ਸੱਚਮੁੱਚ ਜਿਹੜੇ ਇਸ ਦੇਸ਼ ਦਾ ਢਿੱਡ ਭਰ ਰਹੇ ਨੇ, ਅੰਨ ਉਗਾ ਕੇ, ਅਨਾਜ ਪੈਦਾ ਕਰਕੇ ਉਹਨਾਂ ਨੂੰ ਸੜਕਾਂ ਦੇ ਉੱਪਰ ਕੋਹਿਆ ਜਾ ਰਿਹਾ ਹੈ। ਸੋ ਜਿੰਨਾ ਚਿਰ ਤੱਕ, ਮੈਂ ਫਿਰ ਬਾਰ-ਬਾਰ ਇੱਕ ਬੇਨਤੀ ਕਰਾਂ, ਜਿੰਨਾ ਚਿਰ ਤੱਕ ਤੁਸੀਂ ਇਸ ਸਾਰੇ ਰਾਜਨੀਤਿਕ ਵਰਤਾਰੇ ਨੂੰ ਨਹੀਂ ਸਮਝੋਗੇ, ਤੁਸੀਂ ਇਹਦੇ ਨਿੱਗਰ ਹੱਲ ਵਾਲੇ ਪਾਸੇ ਨਹੀਂ ਤੁਰ ਸਕਦੇ। ਇਹ ਕਹਿ ਸਕਦੇ ਹੋ ਕਿ ਕਿਸੇ ਸਾਡੇ ਭਰਾ ਦਾ ਇਸੇ ਤਰ੍ਹਾਂ ਦੇ ਨਾਲ ਸੰਸਾਰ ਤੋਂ ਚਲੇ ਜਾਣਾ, ਉਸ ਦਾ ਮੁਆਵਜ਼ਾ ਮਿਲ ਜਾਣਾ, ਉਸ ਤੋਂ ਬਾਅਦ ਇੱਕ ਲੰਬੀ ਲੜਾਈ ਦੇ ਵਾਸਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਕਿ ਅਸੀਂ ਇਨਸਾਫ ਦੇ ਵਾਸਤੇ ਜੰਗ ਲੜਾਂਗੇ। ਕਿੰਨਾ ਚਿਰ ਇਸ ਤਰ੍ਹਾਂ ਤੁਸੀਂ ਕਰਦੇ ਰਹੋਗੇ? ਇਸ ਸਾਰੇ ਸਿਸਟਮ ਨੂੰ ਸਮਝਣ ਦੀ ਲੋੜ ਹੈ, ਔਰ ਜਿੰਨਾ ਚਿਰ ਤੱਕ ਤੁਸੀਂ ਸਮਝਦੇ ਨਹੀਂ ਹੋ ਉਹਨਾਂ ਚਿਰ ਤੱਕ ਤੁਸੀਂ ਇਹਦੇ ਵਿੱਚੋਂ ਕੋਈ ਵੀ ਨਿੱਗਰ ਹੱਲ ਜਿਹੜਾ ਉਸ ਦੀ ਆਸ ਨਹੀਂ ਰੱਖ ਸਕਦੇ। ਸੋ ਮੇਰੀ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਕਿ ਇਸ ਢਾਂਚੇ ਨੂੰ ਸਮਝੀਏ। ਮੈਂ ਅਕਸਰ ਕਈ ਵਾਰੀ ਕਹਿਣਾ ਹੁੰਦਾ ਕਿ ਘੱਟ ਗਿਣਤੀ ਕੌਮੀਅਤਾਂ ਜਿਹੜੀਆਂ ਹੁੰਦੀਆਂ ਨੇ, ਜੇਕਰ ਉਹਨਾਂ ਦੇ ਅੰਦਰ ਦੀ ਜਿਹੜੀ ਸਮੂਹਿਕ ਚੇਤਨਤਾ ਹੈ, ਜੇਕਰ ਉਹ ਆਪਣੀਆਂ ਸਾਰੀਆਂ ਤਕਲੀਫਾਂ ਨੂੰ ਮਹਿਸੂਸ ਕਰਕੇ ਸਮੂਹਿਕ ਰੂਪ ਦੇ ਵਿੱਚ ਸੰਘਰਸ਼ ਨਹੀਂ ਕਰਦੀ, ਤਾਂ ਫਿਰ ਬਹੁ ਗਿਣਤੀ ਜਿਹੜੀ ਹੈ ਉਹ ਹਮੇਸ਼ਾ ਹੀ ਉਹਨਾਂ ਦੇ ਉੱਪਰ ਜ਼ੁਲਮ ਕਰਦੀ ਹੈ। ਸੋ ਇਸ ਸਾਰੇ ਵਰਤਾਰੇ ਨੂੰ ਸਮਝਣ ਦੀ ਲੋੜ ਹੈ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।